ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਂ ਹੈ ਤੇਹਾ ਹਉ ਕਰੀ ਵਖਿਆਨ। ਸ੍ਰੀ ਨਾਨਕ ਪਰਸ਼ੋਤਮ ਪਰਮ ਪਿਰਾਵਰ ਨਾਥ। ਜੁਗਲ ਚਰਨ ਬੰਦਨ ਧਰ ਪਰ ਧਰ ਕਰਮਾਥ। ਸ੍ਰੀ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵਾਡਿਆਗੀ ਪਾਵਹਿ ਗਤ ਵਿਸਰਾਮ। ਜਿਸ ਕਰਣਾ ਤੇ ਵਾਡਿਆਗੀ ਪਾਵਹਿ ਗਤ ਵਿਸਰਾਮ। ਛਤਰ ਚਵਰਤਹ ਦੇ ਮਾਲਕ ਦਸੋਂ ਪਾਤਸ਼ਾਹੀਆਂ ਕੇ ਸਰੂਪ ਹਾਜ਼ਰਾ ਹਜ਼ੂਰ ਯਾਹਰਾ ਜ਼ਹੂਰ। ਜੁਗੋ ਜੁਗ ਅਟਲ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਸੁਭਾਏਮਾਨ ਗੁਰੂ ਰੂਪ ਗੁਰੂ ਸਰੂਪ ਸਤ ਸੰਗੀ ਜਨੋ ਫਤਿਹ ਅਰਜ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਤ ਸੰਗੀ ਜਨੋ, ਜੋ ਕਿ ਕਿਤਨੇ ਸਮੇਂ ਤੋਂ ਰਾਗ ਮਾਝ ਦੀ ਵਾਰ ਦਾ ਲੜੀਵਾਰ ਵਿਚਾਰ ਆਰੰਭ ਹੈ। ਅੱਜ ਰਾਗ ਮਾਝ ਦੀ ਜੋ ਤੀਸਰੀ ਪੌੜੀ ਹੈ ਉਸ ਦੀ ਆਰੰਭਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸਲੋਕ ਦੇ ਅੰਦਰ ਕੀ ਫਰਮਾਨ ਕਰਦੇ ਹਨ, ਆਪ ਸਰਵਣ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੈ ਬਾਝੋਂ ਬੋਲਣਾ ਇਉਂ ਜੀਵਤ ਮਰਣਾ। ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ,
ਜੀਬੈ ਬਾਝੋਂ ਬੋਲਣਾ ਏਉ ਜੀਵਤ ਮਰਣਾ। ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਦੇ ਅੰਦਰ ਫਰਮਾਉਂਦੇ ਹਨ, ਅੱਖੀਂ ਬਾਝੋਂ ਵੇਖਣਾ ਵਿਣ ਕੰਨਾ ਸੁਣਨਾ। ਗੁਰੂ ਰੂਪ ਗੁਰੂ ਸਰੂਪ ਸਤ ਸੰਗੀ ਜਨੋ, ਪਰਮੇਸ਼ਵਰ ਨੇ ਸ੍ਰਿਸ਼ਟੀ ਦੀ ਬ੍ਰਹਿਮੰਡ ਦੀ ਰਚਨਾ ਕੀਤੀ ਤੋ ਬ੍ਰਹਿਮੰਡ ਨੂੰ ਤਰਤੀਬ ਦੇ ਨਾਲ, ਕਿਸੇ ਵਿਉਂਤ ਦੇ ਨਾਲ, ਕਿਸੇ ਤਰੀਕੇ ਦੇ ਨਾਲ ਬਣਾਇਆ ਗਿਆ ਹੈ। ਜੋ ਵੀ ਕੁਝ ਬ੍ਰਹਿਮੰਡ ਤੇ ਬਣਿਆ ਕਿਸੇ ਤਰਤੀਬ ਨਾਲ ਬਣਿਆ, ਕਿਸੇ ਤਰੀਕੇ ਨਾਲ ਬਣਿਆ, ਕਿਸੇ ਢੰਗ ਨਾਲ ਬਣਿਆ। ਜੋ ਵੀ ਚੀਜ਼ ਬਣੀ ਹੈ ਸਭ ਧਰਮ ਦੇ ਅਧੀਨ ਹੈ। ਜਿਵੇਂ ਹਰ ਇੱਕ ਦਾ ਆਪਣੋ ਜੀਵਨ ਦਾ ਧਰਮ ਹੈ। ਪਰਮੇਸ਼ਵਰ ਨੇ ਸ੍ਰਿਸ਼ਟੀ ਰਚੀ ਹੈ, ਸੂਰਜ ਹੈ, ਸੂਰਜ ਦਾ ਧਰਮ ਹੈ ਰੋਜ਼ਾਨਾ ਨਿਯਮ ਦੇ ਨਾਲ ਟਾਈਮ ਸਿਰ ਉਦੇ ਹੋਣਾ ਤੇ ਟਾਈਮ ਸਿਰ ਅਸਤ ਹੋਣਾ। ਹਵਾ ਦਾ ਨਿਯਮ ਹੈ, ਜਿਸ ਵਕਤ ਚੱਲਦੀ ਹੈ ਤੇ ਚਾਹੇ ਕੋਈ ਗੁਰਮੁਖ ਹੋਵੇ, ਮਨਮੁਖ ਹੋਵੇ, ਕਾਤਲ ਹੋਵੇ ਜਾਂ ਰੱਬ ਦਾ ਪਿਆਰਾ ਹੋਵੇ, ਉਸਨੇ ਸਭ ਨੂੰ ਇੱਕਸਾਰ ਲੱਗਣਾ। ਇਹ ਨਹੀਂ ਵੀ ਇਹ ਰੱਬ ਦਾ ਪਿਆਰਾ ਹੈ, ਗੁਰਮੁਖ ਹੈ, ਮੈਂ ਇਸ ਨੂੰ ਜ਼ਿਆਦਾ ਲੱਗਾ ਤੇ ਇਹ ਮਨਮੁਖ ਹੈ, ਕਾਤਲ ਹੈ, ਲੁਟੇਰਾ ਹੈ, ਡਾਕੂ ਹੈ, ਇਸ ਨੂੰ ਮੈਂ ਨਾ ਲੱਗਾ। ਨਹੀਂ, ਹਵਾ ਦਾ ਨਿਯਮ ਹੈ, ਉਹਦਾ ਧਰਮ ਹੈ, ਉਸਨੇ ਆਪਣੇ ਧਰਮ ਮੁਤਾਬਕ ਕੰਮ ਕਰਦੀ ਹੈ। ਅੱਗ ਹੈ, ਉਸ ਦਾ ਵੀ ਧਰਮ ਹੈ, ਅੱਗ ਦਾ ਧਰਮ ਹੈ, ਅੱਗ ਦਾ ਨਿਯਮ ਹੈ, ਅੱਗ ਦਾ ਸੁਭਾਵ ਹੈ। ਚਾਹੇ ਉਹਦੇ ਅੱਗੇ ਗੁਰਮੁਖ ਆ ਗਏ, ਚਾਹੇ ਮਨਮੁਖ ਆ ਜਾਏ, ਉਸਨੇ ਸਭ ਨੂੰ ਸਾੜਨਾ, ਫੂਕ ਕੇ ਰੱਖ ਦੇਣਾ। ਉਸਨੇ ਇਹ ਨਹੀਂ ਵੇਖਣਾ ਵੀ ਇਹ ਇਨਸਾਨ ਗੁਰਮੁਖ ਹੈ, ਇਹ ਇਨਸਾਨ ਮਨਮੁਖ ਹੈ, ਰੱਬ ਨੂੰ ਭੁੱਲਿਆ ਹੋਇਆ ਹੈ, ਰੱਬ ਨੂੰ ਯਾਦ ਕਰਦਾ। ਉਹਨੇ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਨਾ, ਉਸ ਦਾ ਧਰਮ ਹੈ। ਉਸਨੇ ਸਭ ਨੂੰ ਆਪਣੇ ਧਰਮ ਮੁਤਾਬਕ, ਆਪਣੇ ਸੁਭਾਵ ਦੇ ਮੁਤਾਬਕ ਸਭ ਨੂੰ ਜਲਾ ਦੇਣਾ, ਸਾੜ ਦੇਣਾ, ਭਸਮ ਕਰ ਦੇਣਾ। ਹਰ ਇੱਕ ਨਿਯਮਬੱਧ ਚੀਜ਼ ਪਰਮੇਸ਼ਵਰ ਨੇ ਬਣਾਈ ਹੈ। ਜਿੱਥੇ ਉਹਦੇ ਬਣਾਉਣ ਦੇ ਨਿਯਮ ਹੈ, ਉੱਥੇ ਉਸ ਦੇ ਕਰਮ ਦੇ ਵੀ ਨਿਯਮ ਹਨ। ਹੁਣ ਪਰਮੇਸ਼ਵਰ ਨੇ ਬ੍ਰਹਿਮੰਡ ਬਣਾਇਆ, ਸਮੁੰਦਰ ਬਣਾਏ, ਨਦੀਆਂ ਨਾਲੇ ਬਣਾਏ, ਜੰਗਲ ਬੇਲੇ ਬਣਾਏ, ਪਹਾੜ ਬਣਾਏ, ਪਸ਼ੂ ਪੰਛੀ ਬਣਾਏ, ਮਨੁੱਖ ਬਣਾਇਆ। ਮਨੁੱਖ ਨੂੰ ਵੀ ਐਵੇਂ ਨਹੀਂ ਬਣਾ ਦਿੱਤਾ, ਕਿਸੇ ਤਰਤੀਬ ਦੇ ਨਾਲ, ਕਿਸੇ ਤਰੀਕੇ ਦੇ ਨਾਲ, ਕਿਸੇ ਢੰਗ ਦੇ ਨਾਲ ਬਣਾਇਆ। ਜੇ ਹੁਣ ਮਨੁੱਖ ਐਵੇਂ ਹੀ ਬਣਾ ਦਿੱਤਾ ਜਾਂਦਾ ਤੇ ਕੋਝਾ ਲੱਗਣਾ ਸੀ, ਬੁਰਾ ਲੱਗਣਾ ਸੀ। ਪਰਮੇਸ਼ਵਰ ਨੇ ਤਰਤੀਬ ਨਾਲ ਬਣਾਇਆ, ਅੱਖਾਂ ਤਰਤੀਬ ਨਾਲ ਸਹੀ ਜਗ੍ਹਾ ਲਗਾਈਆਂ ਨੇ, ਕੰਨ ਸਹੀ ਜਗ੍ਹਾ ਲਗਾਏ ਨੇ, ਨਾਸਕਾਂ ਸਹੀ ਜਗ੍ਹਾ ਨੇ, ਮੂੰਹ ਜ਼ਬਾਨ ਸਹੀ ਜਗ੍ਹਾ ਹੈ, ਹੱਥ ਪੈਰ ਸਹੀ ਲਗਾਏ ਨੇ ਪਰਮੇਸ਼ਵਰ ਨੇ। ਜਿਸ ਦੇ ਅੰਦਰ ਦੇਖੋ, ਸਾਡੇ ਅੰਦਰ ਹਾਰਟ ਬਣਾਇਆ ਪਰਮੇਸ਼ਵਰ ਨੇ, ਦਿਲ ਬਣਾਇਆ, ਹਾਰਟ ਬਣਾਇਆ।
उसनू ऐसी जगह परमेश्वर ने बनाया, नाजक है ना, ताकि उसनू थोड़ी बहुती सੱਟ ਜਿਹੜੀ ਅਫੈਕਟ ਨਾ ਕਰ ਸਕੇ। ਸਾਡੀ ਛਾਤੀ ਦੀਆਂ ਪਸਲੀ ਦੀਆਂ ਜਿਹੜੀਆਂ ਪਸਲੀਆਂ ਹਨ, ਹੱਡੀਆਂ ਹਨ, ਉਹਨਾਂ ਦੇ ਕਵਰ ਵਿੱਚ ਪਰਮੇਸ਼ਵਰ ਨੇ ਹਾਰਟ ਬਣਾਇਆ। ਉਸ ਹਾਰਟ ਨੂੰ ਉਹ ਕਵਰ ਕਰਦੀਆਂ ਨੇ ਪਸਲੀਆਂ, ਹੱਡ ਜਿਹੜੇ ਨੇ ਛਾਤੀ ਦੇ, ਤਾਂ ਕਿ ਹਾਰਟ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ ਛੇਤੀ ਕੀਤੇ। ਫਿਰ ਪਰਮੇਸ਼ਵਰ ਨੇ ਸਾਡਾ ਦਿਮਾਗ ਬਣਾਇਆ, ਸਾਡੀ ਖੋਪਰੀ ਇਤਨੀ ਕੈੜੀ ਬਣਾਈ ਹੈ, ਇਤਨੀ ਕਠਿਨ ਬਣਾਈ ਹੈ। ਸਾਡੇ ਦਿਮਾਗ, ਸਿਰ ਦੇ ਅੰਦਰ ਦਿਮਾਗ ਇੱਕ ਬਹੁਤ ਨਰਮ ਚੀਜ਼ ਹੈ, ਇਤਨੀ ਨਰਮ ਹੈ ਕਿ ਹਵਾ ਆਵੇ ਤੇ ਹਵਾ ਦੇ ਨਾਲ ਵੀ ਥਰ ਥਰਾਣ ਲੱਗ ਪੈਂਦਾ ਜੇ ਬਾਹਰ ਕੱਢ ਕੇ ਰੱਖਿਆ ਹੋਵੇ। ਬਹੁਤ ਨਾਜ਼ੁਕ ਹੈ। ਸੋ ਉਸ ਦੀ ਹਿਫਾਜ਼ਤ ਵਾਸਤੇ ਸਿਰ ਦੀ ਖੋਪਰੀ ਬੜੀ ਤਰਤੀਬ ਨਾਲ ਬਣਾਈ ਗਈ ਹੈ। ਜੋ ਕੁਝ ਪਰਮੇਸ਼ਵਰ ਨੇ ਬਣਾਇਆ ਬੜੀ ਤਰਤੀਬ ਨਾਲ ਬਣਾਇਆ, ਬੜੇ ਢੰਗ ਦੇ ਨਾਲ ਬਣਾਇਆ, ਬੜੇ ਤਰੀਕੇ ਦੇ ਨਾਲ ਬਣਾਇਆ। ਜਿੱਥੇ ਪਰਮੇਸ਼ਵਰ ਨੇ ਬ੍ਰਹਿਮੰਡ, ਜੀਵ ਜੰਤੂ, ਇਹ ਇਨਸਾਨ ਤਰੀਕੇ ਦੇ ਨਾਲ ਬਣਾਏ ਗਏ ਨੇ, ਤੇ ਇਹਨਾਂ ਦੇ ਜੀਵਨ ਦਾ ਵੀ ਕੋਈ ਢੰਗ ਹੈ, ਤਰੀਕਾ ਹੈ। ਜੀਵਨ ਦੇ ਅੰਦਰ ਕਿਹੜੇ ਟਾਈਮ ਤੂੰ ਖਾਣਾ ਹੈ, ਕਿਹੜੇ ਟਾਈਮ ਤੂੰ ਸੌਣਾ ਹੈ, ਕੀ ਤੂੰ ਖਾਣਾ ਹੈ, ਕੀ ਨਹੀਂ ਖਾਣਾ, ਕੀ ਤੇਰੇ ਖਾਣ ਦੇ ਯੋਗ ਹੈ, ਕੀ ਨਹੀਂ ਖਾਣ ਦੇ ਯੋਗ, ਇਹ ਸਭ ਕੁਝ ਪਰਮੇਸ਼ਵਰ ਨੇ ਬਣਾਇਆ। ਪੱਥ ਕੁਪੱਥ ਸਭ ਕੁਝ ਬਣਾਇਆ। ਕਈ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਖਾ ਕੇ ਮੌਤ ਹੋ ਜਾਂਦੀ ਹੈ। ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਰੀਰ ਵਾਸਤੇ ਅਤਿਅੰਤ ਜ਼ਰੂਰੀ ਹਨ। ਪਰਮੇਸ਼ਵਰ ਨੇ ਸਰੀਰ ਦੀਆਂ ਲੋੜਾਂ ਵੀ ਜਿਹੜੀਆਂ ਬਣਾਈਆਂ ਨੇ ਨਾ, ਕੁਝ ਐਸੀਆਂ ਨੇ ਜਿਨ੍ਹਾਂ ਨੂੰ ਵਰਤੋਂ 'ਚ ਲਿਆਓ ਤੇ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਕੁਝ ਚੀਜ਼ਾਂ ਐਸੀਆਂ ਬਣਾਈਆਂ ਨੇ ਪਰਮੇਸ਼ਵਰ ਨੇ ਜਿਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ ਤੇ ਸਰੀਰ ਨੂੰ ਲਾਭ ਪਹੁੰਚਦਾ ਹੈ। ਡਾਕਟਰ ਕੋਲ ਜਾਓ ਕਿਸੇ ਬਿਮਾਰੀ ਦਾ ਇਲਾਜ ਕਰਾਉਣ ਵਾਸਤੇ, ਡਾਕਟਰ ਦਵਾਈ ਵੀ ਦਿੰਦਾ ਤੇ ਨਾਲ ਪੱਥ ਪਰਹੇਜ਼ ਵੀ ਕਹਿੰਦਾ ਬਈ ਇਸ ਦਵਾਈ ਤੋਂ ਮੁਕਤੀ, ਇਸ ਬਿਮਾਰੀ ਤੋਂ ਮੁਕਤੀ ਪਾਉਣੀ ਹੈ, ਮੇਰੀ ਦਵਾਈ ਨੇ ਇਤਨਾ ਕੰਮ ਨਹੀਂ ਕਰਨਾ ਜਿਤਨਾ ਤੇਰੇ ਪੱਥ ਪਰਹੇਜ਼ ਨੇ ਕਰਨਾ। ਤੂੰ ਖੱਟੀ ਚੀਜ਼ ਨਹੀਂ ਖਾਣੀ, ਤਲੀ ਹੋਈ ਚੀਜ਼ ਨਹੀਂ ਖਾਣੀ, ਬਹੁਤ ਮਸਾਲੇਦਾਰ ਚੀਜ਼ ਨਹੀਂ ਖਾਣੀ, ਤੂੰ ਲੱਸੀ ਨਹੀਂ ਪੀਣੀ। ਡਾਕਟਰ ਕਹਿੰਦਾ ਤਾਂ ਆਰਾਮ ਆਵੇਗਾ ਤੈਨੂੰ। ਠੰਡੀਆਂ ਚੀਜ਼ਾਂ ਨਹੀਂ ਖਾਣੀਆਂ, ਤੇਰੇ ਵਾਸਤੇ ਇਸ ਲਈ ਅਨੁਕੂਲ ਨਹੀਂ, ਤਾਂ ਤੈਨੂੰ ਆਰਾਮ ਆਵੇਗਾ। ਤੂੰ ਗਰਮ ਚੀਜ਼ ਖਾਣੀ ਹੈ, ਫਰਿੱਜ ਦੀ ਲੱਗੀ ਹੋਈ ਚੀਜ਼ ਨਹੀਂ ਖਾਣੀ, ਬਾਸੀ ਚੀਜ਼ ਨਹੀਂ ਖਾਣੀ, ਤਾਜ਼ੀਆਂ ਚੀਜ਼ਾਂ ਖਾਣੀਆਂ ਨੇ। ਪੱਥ ਤੇ ਪਰਹੇਜ਼ ਦੱਸਦਾ ਡਾਕਟਰ। ਸਰੀਰ ਤੇ ਉਹੀ ਹੈ। ਉਸ ਸਰੀਰ ਦੇ ਜੇ ਤੁਸੀਂ ਉਹਦੇ ਵਿੱਚ ਗਲਤ ਚੀਜ਼ ਪਾ ਦਿੱਤੀ ਤੇ ਸਰੀਰ ਨੂੰ ਨੁਕਸਾਨ ਹੈ, ਜੇ ਸਹੀ ਚੀਜ਼ ਪਾਈ ਸਰੀਰ ਦੇ ਅੰਦਰ ਤੇ ਸਰੀਰ ਨੂੰ ਲਾਭ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਇਹ ਸਰੀਰ ਬਣਾਇਆ ਪਰਮੇਸ਼ਵਰ ਨੇ, ਅੱਖਾਂ ਬਣਾਈਆਂ, ਕੰਨ ਬਣਾਏ ਨੇ, ਨੱਕ ਬਣਾਇਆ ਪਰਮੇਸ਼ਵਰ ਨੇ, ਹੱਥ ਬਣਾਏ ਨੇ, ਪੈਰ ਬਣਾਏ ਨੇ, ਜ਼ਬਾਨ ਬਣਾਈ ਹੈ। ਇਹਨਾਂ ਦੇ ਵਾਸਤੇ ਵੀ ਕੋਈ ਨਿਯਮ ਹੈ। ਹਜ਼ੂਰ ਪਾਤਸ਼ਾਹ ਜੀ ਕੀ ਕਹਿੰਦੇ ਨੇ, ਦੂਸਰੇ ਪਾਤਸ਼ਾਹ, ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ।
ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਨੇ, ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ। ਅੱਖਾਂ ਦਾ ਕੰਮ ਹੈ ਵੇਖਣਾ। ਕੀ ਵੇਖਣਾ ਕੀ ਨਹੀਂ ਵੇਖਣਾ, ਇਸ ਇਨਸਾਨ ਨੂੰ ਪਤਾ ਹੋਣਾ ਚਾਹੀਦਾ ਹੈ। ਕਿਉਂ? ਤਰਤੀਬ ਦੇ ਨਾਲ ਸਰੀਰ ਬਣਿਆ, ਪੱਥ ਪਰਹੇਜ਼ ਵੀ ਇਸ ਦੇ ਹਨ, ਕੀ ਖਾਣਾ ਕੀ ਨਹੀਂ ਖਾਣਾ, ਸਭ ਕੁਝ ਉਸ ਪਰਮੇਸ਼ਵਰ ਨੇ ਤਰਤੀਬ ਨਾ ਬਣਾਇਆ, ਕਿਸੇ ਢੰਗ ਤਰੀਕੇ ਨਾਲ ਬਣਾਇਆ। ਅੱਖਾਂ ਦਾ ਵੇਖਣਾ, ਗੁਰੂ ਸਾਹਿਬ ਜੀ ਬਾਣੀ ਦੇ ਅੰਦਰ ਕਹਿੰਦੇ ਨੇ, ਏ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਨੇਤਰੋ ਮੇਰਿਓ, ਮੇਰੀਓ ਅੱਖੋਂ ਕੀ ਵੇਖਣਾ ਤੁਸੀਂ? ਇਹ ਤੁਸੀਂ ਜੋ ਕੁਝ ਵੇਖਦਾ ਹੈ, ਨੇਤਰੋ ਮੇਰਿਓ ਹਰ ਤੁਮ ਮਹਿ ਜੋਤ ਧਰੀ, ਪਰਮੇਸ਼ਵਰ ਨੇ ਆਪਣੀ ਜੋਤ ਰੱਖੀ ਹੈ ਤੁਹਾਡੇ ਅੰਦਰ। ਹਰ ਬਿਨ ਅਵਰ ਨਾ ਦੇਖੋ ਕੋਈ, ਹਰੀ ਪਰਮੇਸ਼ਵਰ ਤੋਂ ਬਗੈਰ ਹੋਰ ਨਾ ਕੋਈ ਦੇਖੋ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਸਭ ਜਗ੍ਹਾ ਹਰ ਇੱਕ ਜੀਵ ਦੇ ਅੰਦਰ ਪਰਮੇਸ਼ਵਰ ਬੋਲਦਾ। ਸਭੈ ਘਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੂੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਸਾਰੇ ਪਾਸੇ ਪਰਮੇਸ਼ਵਰ ਦਾ ਹੀ ਰੂਪ ਹੈ। ਜਲ ਥਲ ਮਹੀਲ ਰਵ ਰਿਹਾ, ਰਵਿਆ ਵਿੱਚ ਵਣਾ। ਉਹ ਪਰਮੇਸ਼ਵਰ ਹਰ ਇੱਕ ਚੀਜ਼ ਦੇ ਵਿੱਚ ਵਸ ਰਿਹਾ ਹੈ। ਚਿੰਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਉਹ ਪਰਮੇਸ਼ਵਰ ਹਰ ਇੱਕ ਜੀਵ ਦੇ ਅੰਦਰ ਵਸ ਰਿਹਾ ਹੈ। ਜੋ ਬ੍ਰਹਿਮੰਡ ਬਣਿਆ ਸਭ ਉਸ ਦਾ ਹੀ ਰੂਪ ਹੈ। ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ, ਬ੍ਰਹਿਮੰਡ ਬ੍ਰਹਮ ਦਾ ਰੂਪ ਹੈ। ਜਦੋਂ ਪਰਮੇਸ਼ਵਰ ਨੇ ਬ੍ਰਹਿਮੰਡ ਬਣਾਉਣਾ, ਉਸ ਬ੍ਰਹਮ ਨੇ ਬ੍ਰਹਿਮੰਡ ਬਣਾਉਣਾ ਚਾਹਿਆ, ਉਹ ਆਪ ਹੀ ਬ੍ਰਹਿਮੰਡ ਬਣ ਗਿਆ। ਬ੍ਰਹਮ ਹੀ ਬ੍ਰਹਿਮੰਡ ਬਣ ਗਿਆ, ਖਾਲਕ ਹੀ ਖਲਕਤ ਬਣ ਗਿਆ, ਕਾਦਰ ਹੀ ਕੁਦਰਤ ਬਣ ਗਿਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜ ਕਹਿ ਕਰਿਆਸਨ ਡਿਠੋ ਚਾਓ। ਦਾਤਾ ਕਰਤਾ ਆਪ ਤੂੰ, ਤੁਸ ਦੇਵੇ ਕਰੇ ਪਸਾਓ। ਤੂੰ ਜਾਣੋਈ ਸਭ ਸੀ, ਦਿਲ ਐਸੇ ਜਿੰਦ ਕੁਆਓ। ਕਰ ਆਸਨ ਡਿਠੋ ਚਾਓ। ਉਹ ਪਰਮੇਸ਼ਵਰ ਆਪ ਹੀ ਇਸ ਕੁਦਰਤ ਦੇ ਅੰਦਰ, ਬ੍ਰਹਿਮੰਡ ਦੇ ਅੰਦਰ, ਸੰਸਾਰ ਦੇ ਅੰਦਰ ਆਪ ਹੀ ਵਾਹਿਗੁਰੂ ਬਿਰਾਜਮਾਨ ਹੈ। ਤੋ ਹਜੂਰ ਕਹਿੰਦੇ ਨੇ, ਹੇ ਮੇਰਿਓ ਨੇਤਰੋ, ਤੁਸੀਂ ਵੇਖਣਾ ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨੇ ਹਾਲਿਆ। ਜਿੱਧਰ ਵੀ ਵੇਖਣਾ ਪਰਮੇਸ਼ਵਰ ਦਾ ਰੂਪ ਹੀ ਤੱਕਣਾ। ਹਰੀ ਪਰਮੇਸ਼ਵਰ ਤੋਂ ਬਗੈਰ ਹੋਰ ਕੁਝ ਨਹੀਂ ਵੇਖਣਾ ਤੁਸੀਂ। ਫਿਰ ਸਰਵਣਾ ਨੂੰ ਵੀ ਹੁਕਮ ਕੀਤਾ, ਕੰਨਾਂ ਨੂੰ ਵੀ। ਹਜੂਰ ਕਹਿੰਦੇ, ਇਹ ਸਰਵਣੋ ਮੇਰੇ ਹੋ, ਸਾਚੈ ਸੁਣਨਾ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਹੇ ਮੇਰੇ ਸਰਵਣੋ, ਹੇ ਮੇਰੇ ਕੰਨੋ, ਤੁਸੀਂ ਕੀ ਸੁਣਨਾ? ਸੱਚ ਸੁਣਨਾ, ਝੂਠ ਨਹੀਂ ਸੁਣਨਾ, ਸੱਚ ਸੁਣਨਾ। ਤੁਸੀਂ ਸੱਚੇ ਸੁਣਨੇ ਨੂੰ ਲਾਏ ਹੋਏ ਹੋ। ਸੁਣੋ ਸਤ ਬਾਣੀ, ਪਰਮੇਸ਼ਵਰ ਦੀ ਬਾਣੀ ਸੁਣਨੀ ਹੈ, ਉਪਦੇਸ਼ ਸੁਣਨਾ ਹੈ, ਨਾਮ ਸੁਣਨਾ ਹੈ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੂਰ ਤੈ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਇਹ ਰਸਨਾ ਨੂੰ ਵੀ ਹੁਕਮ ਕੀਤਾ, ਜ਼ਬਾਨ ਨੂੰ ਵੀ ਹੁਕਮ ਕੀਤਾ ਵੀ ਤੂੰ ਕੀ ਸਵਾਦ ਚਖਣਾ। ਇਹ ਰਸਨਾ ਤੂੰ ਅਨ ਰਸ ਰਾਚ ਰਹੀ,
ਤੂੰ ਅਨ ਸਵਾਦਾਂ ਦੇ ਵਿੱਚ, ਪਦਾਰਥਾਂ ਦੇ ਸਵਾਦਾਂ ਵਿੱਚ ਰਚ ਰਹੀ ਹੈ। ਇਹਨਾਂ ਪਦਾਰਥਾਂ ਦੇ ਛਕਣ ਨਾਲ ਤੇਰੀ ਪਿਆਸ ਭੁੱਖ ਨਹੀਂ ਬੁਝਣੀ। ਪਿਆਸ ਨਾ ਜਾਏ ਹੋਰ ਤੈ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਤੂੰ ਪਰਮੇਸ਼ਵਰ ਦੇ ਨਾਮ ਦਾ ਰਸ ਨਹੀਂ ਲੈਂਦਾ, ਓਨਾ ਚਿਰ ਤੇਰੇ ਇਸ ਅੰਗਾਂ ਨੇ ਤ੍ਰਿਪਤ ਨਹੀਂ ਹੋਣਾ। ਇਸ ਤੇਰੀ ਜ਼ਬਾਨ ਨੇ, ਇਸ ਤੇਰਿਆਂ ਨੇਤਰਾਂ ਨੇ, ਇਹਨਾਂ ਤੇਰਿਆਂ ਕੰਨਾਂ ਨੇ, ਜਿੰਨਾ ਚਿਰ ਇਹਨਾਂ ਨੂੰ ਸਹੀ ਖੁਰਾਕ ਨਾ ਮਿਲੀ, ਇਹਨਾਂ ਦਾ ਉਧਾਰ ਨਹੀਂ ਹੋਣਾ। ਮੈਨੂੰ ਇੱਕ ਛੋਟੀ ਜਿਹੀ ਸਾਖੀ ਕਹੋ ਜਾਂ ਕਹਾਣੀ ਕਹੋ। ਮੈਂ ਬਹੁਤ ਵਾਰੀ ਕਹਿੰਦਾ ਵੀ ਕਈ ਮੈਂ ਇਸ ਤਰ੍ਹਾਂ ਦੀਆਂ ਪੜ੍ਹਦਾ ਸਾਖੀਆਂ, ਨਾਮ ਤੇ ਉੱਤੇ ਸਾਖੀ ਲਿਖਿਆ ਹੁੰਦਾ, ਪਰ ਉਹ ਵੇਖਣ 'ਚ ਇਹ ਹੁੰਦਾ ਵੀ ਇਹ ਕਹਾਣੀ ਬਣਾਈ ਲੱਗਦੀ ਹੈ। ਕਹਾਣੀਆਂ ਵੀ ਜਿਹੜੀਆਂ ਨੇ ਮਨ ਨੂੰ ਬਹੁਤ ਰਸਤਾ ਦਿੰਦੀਆਂ ਨੇ, ਮਨ ਨੂੰ ਜੀਵਨ ਦਾ ਢੰਗ ਤਰੀਕਾ ਸਿਖਾਉਂਦੀਆਂ ਨੇ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਇਹ ਜੋ ਜੀਵਨ ਹੈ, ਇਸ ਜੀਵਨ ਦੀ ਵੀ ਕੋਈ ਤਰਤੀਬ ਹੈ, ਕੋਈ ਢੰਗ ਹੈ, ਕੋਈ ਤਰੀਕਾ ਹੈ ਜੀਉਣ ਦਾ। ਤੇ ਮੈਨੂੰ ਇੱਕ ਕਹਾਣੀ ਯਾਦ ਆਈ, ਸਾਖੀ ਯਾਦ ਆਈ। ਇੱਕ ਮਹਾਂਪੁਰਸ਼ ਬੰਦਗੀ ਕਰਨ ਵਾਲੇ ਇੱਕ ਨਦੀ ਦੇ ਕਿਨਾਰੇ ਤੇ ਬੈਠੇ ਬੰਦਗੀ ਕਰਦੇ ਨੇ। ਬੰਦਗੀ ਕਰਦਿਆਂ ਨੂੰ ਬੜਾ ਸਮਾਂ ਗੁਜ਼ਰ ਗਿਆ। ਕੁਦਰਤ ਮਾਲਕ ਦੀ ਉਸ ਨਦੀ ਦੇ ਵਿੱਚ ਪਾਣੀ ਦੇ ਉੱਤੇ ਇੱਕ ਫਲ ਰੁੜਿਆ ਆ ਰਿਹਾ ਸੀ ਤੇ ਮਹਾਂਪੁਰਸ਼ਾਂ ਨੇ ਵੇਖਿਆ ਫਲ ਆਉਂਦਾ, ਫਲ ਬਾਹਰ ਕੱਢ ਲਿਆ, ਕੱਢ ਕੇ ਸਾਫ਼ ਕਰਕੇ ਛਕ ਲਿਆ। ਛਕਣ ਤੋਂ ਬਾਅਦ ਹੁਣ ਮਹਾਂਪੁਰਸ਼ਾਂ ਨੂੰ ਖਿਆਲ ਆਇਆ, ਮਨਾ ਇਹ ਫਲ ਦਾ ਮੇਰਾ ਤੇ ਕੋਈ ਹੱਕ ਨਹੀਂ ਸੀ ਖਾਣ ਦਾ। ਇਹਨੂੰ ਇਹ ਤੇ ਫਲ ਜਿਸ ਦੇ ਬਾਗ ਵਿੱਚੋਂ ਆਇਆ, ਜਿਸ ਨੇ ਇਸ ਦੀ ਸੇਵਾ ਕੀਤੀ ਹੈ, ਜਿਸ ਨੇ ਇਸ ਫਲ ਨੂੰ ਪਾਲਿਆ, ਬੂਟੇ ਨੂੰ, ਹੱਕ ਤੇ ਉਸ ਦਾ। ਮੈਂ ਖਾ ਲਿਆ, ਇਹ ਤੇ ਗੱਲ ਮਾੜੀ ਹੋ ਗਈ। ਤਾਂ ਸੰਤ ਮਹਾਂਪੁਰਸ਼ ਸੋਚਦੇ ਨੇ ਵੀ ਇਹਦਾ ਤੇ ਫਲ ਭੁਗਤਾਉਣਾ ਚਾਹੀਦਾ। ਜੇ ਹੁਣ ਨਾ ਫਲ ਭੁਗਤਾਇਆ ਫਿਰ ਭੁਗਤਾਉਣਾ ਪਵੇਗਾ। ਕਹਿਣ ਲੱਗੇ ਹੁਣ ਹੀ ਇਹਦਾ ਆਪਾਂ ਇਵਜ਼ ਭੁਗਤ ਲੈਂਦੇ ਹਾਂ। ਜਿੱਧਰੋਂ ਪਾਣੀ ਆਉਂਦਾ ਸੀ ਨਾ, ਉਸ ਪਾਸੇ ਨੂੰ ਮਹਾਤਮਾ ਚੜ੍ਹਦੇ ਵਾਲੇ ਪਾਸੇ ਨੂੰ, ਜਿੱਧਰੋਂ ਨਦੀ ਆ ਰਹੀ ਸੀ, ਪਾਣੀ ਆ ਰਿਹਾ ਸੀ, ਵਹਾ ਤੁਰ ਪਏ। ਤੁਰਦੇ ਗਏ 5-6 ਮੀਲ ਦੂਰ ਜਾ ਕੇ ਕੀ ਵੇਖਿਆ, ਜਿਹੜਾ ਫਲ ਖਾਧਾ ਉਸ ਫਲ ਦਾ ਬਾਗ ਜਿਹੜਾ ਲੱਗਾ ਹੋਇਆ ਨਦੀ ਦੇ ਕਿਨਾਰੇ ਕਿਨਾਰੇ, ਤੇ ਉਸ ਫਲ ਦੇ ਬੂਟੇ ਨਦੀ ਦੇ ਉੱਤੇ ਝੂਮ ਰਹੇ ਨੇ ਤੇ ਫਲ ਵੀ ਲੱਗੇ ਹੋਏ ਨੇ। ਸੰਤ ਵੇਖਦੇ ਨੇ ਵੀ ਇਸ ਬਾਗ ਦੇ ਜਿਹੜੇ ਬੂਟੇ ਨੇ ਨਦੀ ਉੱਤੇ ਝੂਮ ਰਹੇ, ਜਿਹੜਾ ਫਲ ਖਾਧਾ ਆ ਉਹੀ ਫਲ ਹੋਰ ਦਰਖਤ ਨਾਲ ਲੱਗੇ ਹੋਏ ਨੇ। ਚਲੇ ਗਏ, ਜਾ ਕੇ ਬਾਗ ਦੇ ਵਿੱਚ ਜਾ ਕੇ ਪੁੱਛਦੇ ਨੇ ਵੀ ਇਸ ਦਾ ਰਾਖਾ ਕੌਣ ਹੈ, ਇਸ ਦਾ ਮਾਲਕ ਕੌਣ ਹੈ। ਅੱਗੇ ਮਾਲੀ ਮਿਲਿਆ। ਮਾਲੀ ਕਹਿੰਦਾ ਮਹਾਰਾਜ ਮੈਂ ਇਸ ਦਾ ਰਾਖਾ ਹਾਂ, ਮੈਂ ਇਸ ਦਾ ਮਾਲੀ ਹਾਂ, ਇਸ ਦੀ ਪਰਵਰਿਸ਼ ਕਰਨ ਵਾਲਾ ਹਾਂ। ਸੰਤ ਕਹਿਣ ਲੱਗੇ ਭਈ ਭਲਿਆ, ਅਸੀਂ ਤੇਰੇ ਇਸ ਬਾਗ ਦੇ ਜੋ ਨਦੀ ਉੱਤੇ ਬੂਟੇ ਝੂਮ ਰਹੇ ਨੇ ਉਹਨਾਂ ਦਾ ਫਲ ਜਿਹੜਾ ਸੀ ਅਸੀਂ ਬਗੈਰ ਪੁੱਛਿਆਂ ਖਾ ਲਿਆ, ਤੇ ਅਸੀਂ ਚਾਹੁੰਦੇ ਹਾਂ ਉਸ ਫਲ ਦਾ ਇਵਜ਼ ਭੋਗ ਲਈਏ। ਦੱਸ ਅਸੀਂ ਕੀ ਤੇਰੀ ਸੇਵਾ ਕਰੀਏ। ਉਹ ਮਾਲੀ ਕਹਿਣ ਲੱਗਾ ਮਹਾਤਮਾ ਮਹਾਰਾਜ ਕੋਈ ਗੱਲ ਨਹੀਂ, ਜੇ ਤੁਸੀਂ ਫਲ ਖਾ ਲਿਆ ਤੇ ਕੀ ਹੋਇਆ, ਖਾਣ ਵਾਸਤੇ ਹੀ ਹੈ ਨਾ। ਸੰਤ ਕਹਿਣ ਲੱਗੇ ਵੀ ਨਾ ਬਈ, ਸਾਡਾ ਹੱਕ ਨਹੀਂ ਸੀ, ਅਸੀਂ ਇਸ ਨੂੰ ਖਾਧਾ। ਉਹ ਕਹਿਣ ਲੱਗਾ ਜੀ ਮੈਂ ਤੇ ਕੁਝ ਨਹੀਂ ਕਰ ਸਕਦਾ, ਜਿਹੜਾ ਇਹਦਾ ਮਾਲਕ ਹੈ ਮੈਂ ਤੇ ਤਨਖਾਹ ਲੈਣਾ, ਉਹ ਸੇਠ ਜਿਹੜਾ ਉਹੀ ਕੁਝ ਕਰ ਸਕਦਾ। ਸੰਤ ਕਹਿੰਦੇ ਉਹ ਸੇਠ ਦਾ ਘਰ ਕਿੱਥੇ ਹੈ। ਮਹਾਰਾਜ ਇੱਥੋਂ 10 ਕੁ ਮੀਲ ਦੇ ਉੱਤੇ ਸ਼ਹਿਰ ਹੈ,
उस शहर विच फलाना फलानी जगह एड्रैस दस दिता पई सेठ जी रहिंदे ने। संत कहिंदे आपां सेठ कोल चले जाने आ। संत हुण तुर के 10 कुछ मील सेठ दे कोल गए। उसदा पुछदियां पिछाउंदियां घर पहुँच गए। जा दरवाजा खड़काया, अंदरों आवाज़ आई, आओ महाराज कौन है? संत कहन लगे सेठ जी कित्थे है? कहन लगे जी घर दे। कहन लगे सेठ ते गए नहीं फलाने शहर। अच्छा मैं तो उन्होंने मिलना सी। महाराज उत्थे मिल सकते ने तुहानू। उत्थों का एड्रैस जो 10-20 मील ते दूर सी पुछ के संत उत्थे पहुँच गए। जिस वेले उत्थे पहुँचे उत्थों पता लग्या भी सेठ जी ते घर वापस पहुँच गए। फिर वापस आए, उस सेठ नू आके कहन लगे भई असी तेरे बाग दे विच जो फलाने फलदार बूटे नदी किनारे लगे ने, नदी दे विच रुड़दा फल आ रहा सी, असी खा लिया। असी चाहुंदे हां कि उस फल का इवज भोग लईए। सेठ बड़ा चंगा सी, सियाणा सी, सूझवान सी। कहन लगा महाराज तुसी फल खा लिया, बाग तुहाडा ही है, फिर की होया? ये फल खाण वास्ते ही ने ना? संत कहन लगे ना महाराज भई ये तो असी जरूर इहदा फल भुगतांगे। सेठ कहन लगा कोई गल नहीं महाराज, फिर की होया? कोई गल नहीं। वो कहन लगे नहीं। सेठ कहन लगा भी कोई गल नहीं। संत कहन लगे नहीं भुगतना ही है असी इहदा इवज। सेठ कहन लगा जे तुसी नहीं मनदे ते फिर मेरी एक तुहानू बेनती मननी पैनी है। संत कहन लगे ठीक है। सेठ कहन लगा मननी पैनी है, मैनू वचन दे दिओ। संत कहन लगे मनांगे। सेठ कहन लगा मेरी लड़की दे नाल तुहानू शादी करनी पवेगी। संत मन विच सोचदे हो मना ये किहड़े जंजाल विच पै चलिया। संत विरकत सी, घर बार त्याग के बैठे सी, हुण वचन दिता सी, वचन मनना पैना सी। संत कहन लगे भी भलिया ठीक है करा लैने आ। सेठ कहन लगा मेरी जड़ी लड़की है अखां तो अन्नी है। संत कहन लगे ते उद भी माड़ी गल है, एक ते अपना बोझ एक इहदा बोझ भी चकना पवेगा। हुण वचन दिता ठीक है जी। सेठ कहन लगा वो कन्ना तो भी नहीं सुनदी, बोली है। संत कहन लगे ये भी बड़ी माड़ी गल है, होर की कर सकते, वचन दिता है ठीक है जी। सेठ कहन लगा मेरी जेड़ी लड़की है जवान तो गूंगी है, गूंगी बोल नहीं सकती। संत कहन लगे भी उस तो भी बड़ा दुखदायक गल है, गूंगी भी है, दिसदा भी नहीं, सुनदा भी नहीं, बड़ी औखी गल है। पर हुण वचन दिता करिए की। सेठ कहन लगा मेरी लड़की हत्थां तो भी है नहीं। वो कहन लगा उस तो भी भारा दुख है। सेठ कहन लगा मेरी लड़की दियां लत्तां पैर भी है नहीं। संत कहन लगे भी बड़ी मुश्किल दे विच फस गए हैं, ये तो बड़ा वड्डा औखा काम सामना करना पै गया। हुण वचन इनू कीता है ते वचन ते पूरा करना पवेगा। कहन लगा ठीक है जी। संत कहन लगे ठीक है भाई, जो भी है सानू प्रवान है, तेरे नाल वचन कीता है। संतां ने कहा मैं अपनी लड़की नू आवाज़ दिती। जिस वेले लड़की आई, लड़की बड़ी सुंदर, अखां बड़ियां सुंदर दिसण देखे, कन्नां तो सुने, जबान तो बोले, हथ भी बड़े सोहणे, पैर भी बड़े सोहणे। संत कहंदे सेठ जी तुसीं ते कहंदे सी भी अखां तो अन्नी है, ये तो देखदी है। तुसीं कहंदे सी कन्नां तो सुणदी नहीं, ये तो सुणदी भी है। तुसीं कहंदे सी जबान तो गूंगी है ते बोलदी भी है। तुसीं कहंदे हथ है नहीं, ये ते हथ भी बड़े सोहणे ने। तुसीं कहंदे पैर है नहीं, ये पैर भी बड़े सोहणे ने। संत कहन लगे सेठ कहन लगा संत जी महात्मा जी
ਇਹ ਮੇਰੀ ਜਿਹੜੀ ਲੜਕੀ ਹੈ ਇਹਨਾਂ ਅੱਖਾਂ ਦੇ ਨਾਲ ਕਦੇ ਬੁਰਾ ਨਹੀਂ ਵੇਖਦੀ, ਬੁਰੀ ਨਿਗਾਹ ਦੇ ਨਾਲ ਕਿਸੇ ਵੱਲ ਨਹੀਂ ਤੱਕਦੀ, ਇਹ ਬਦਨੀਤੀ ਨਾਲ ਨਹੀਂ ਕਿਸੇ ਨੂੰ ਵੇਖਦੀ। ਇਹ ਮੇਰੀ ਜਿਹੜੀ ਲੜਕੀ ਹੈ ਇਹ ਗੰਦੇ ਮੰਦੇ ਗੀਤ ਗਾਣੇ ਚੁਗਲੀ ਨਿੰਦਿਆ ਇਹਨਾਂ ਕੰਨਾਂ ਨਾਲ ਨਹੀਂ ਸੁਣਦੀ। ਇਹ ਮੇਰੀ ਜਿਹੜੀ ਲੜਕੀ ਹੈ ਜ਼ਬਾਨ ਦੇ ਨਾਲ ਮੰਦਾ ਨਹੀਂ ਬੋਲਦੀ। ਇਹ ਮੇਰੀ ਲੜਕੀ ਦੇ ਹੱਥ ਜਿਹੜੇ ਨੇ ਹੱਥਾਂ ਦੇ ਨਾਲ ਕਦੇ ਚੋਰੀ ਕਦੇ ਕਿਸੇ ਦਾ ਕੁਝ ਖਰਾਬ ਨਹੀਂ ਨੁਕਸਾਨ ਨਹੀਂ ਕਰਦੀ। ਇਹਨਾਂ ਹੱਥਾਂ ਦੇ ਨਾਲ ਕਦੇ ਵੀ ਗਲਤ ਕੰਮ ਨਹੀਂ ਕਰਦੀ। ਇਹ ਪੈਰਾਂ ਦੇ ਨਾਲ ਗਲਤ ਪਾਸੇ ਚੱਲ ਕੇ ਨਹੀਂ ਜਾਂਦੀ। ਸੰਤ ਕਹਿਣ ਲੱਗੇ ਠੀਕ। ਹੁਣ ਸੰਤ ਕਹਿਣ ਲੱਗੇ ਕਰ ਦਿਓ ਵਿਆਹ। ਵਿਆਹ ਕਰ ਦਿੱਤਾ। ਹੁਣ ਸੰਤ ਨਾਲ ਲੈ ਗਏ। ਸੰਤ ਮਜ਼ਦੂਰੀ ਕਰਿਆ ਕਰਨ, ਉਹ ਘਰ ਬੈਠਿਆ ਕਰੇ, ਜੋ ਪੈਸਾ ਧੇਲਾ ਮਿਲੇ ਲਿਆ ਕੇ ਰੋਟੀ ਪਾਣੀ ਬਣਾਉਣ ਖਾਣ ਤੇ ਬੰਦਗੀ ਕਰਿਆ ਕਰਨਾ। ਇੱਕ ਦਿਨ ਉਹ ਲੜਕੀ ਨੇ ਰੋਟੀ ਪਾਣੀ ਪਕਾਇਆ ਤੇ ਸ਼ਾਮ ਦਾ ਟਾਈਮ ਸੀ, ਰਾਤ ਦਾ ਸ਼ਾਮ ਦਾ ਟਾਈਮ, ਪ੍ਰਸ਼ਾਦਾ ਭੋਜਨ ਪਾਣੀ ਛਕਿਆ ਤੇ ਫੁਲਕੇ 2 ਬਚ ਗਏ। ਸੰਤ ਕਹਿਣ ਲੱਗੇ ਇਸ ਨੂੰ ਛਿੱਕੇ ਦੇ ਵਿੱਚ ਜਿਹੜਾ ਛਿੱਕਾ ਟੰਗਿਆ ਨਾ ਉਹਦੇ ਵਿੱਚ ਰੱਖ ਦੇ, ਸਵੇਰੇ ਖਾ ਲਵਾਂਗੇ। ਲੜਕੀ ਕਹਿਣ ਲੱਗੀ ਮਹਾਰਾਜ ਸੁਆਮੀ ਜੀ ਪਤੀ ਦੇਵ ਜੀ ਇਤਨਾ ਸਮਾਂ ਤੁਹਾਨੂੰ ਬੰਦਗੀ ਕਰਦਿਆਂ ਨੂੰ ਹੋ ਗਿਆ, ਤੁਹਾਨੂੰ ਪਰਮੇਸ਼ਵਰ ਤੇ ਯਕੀਨ ਹੀ ਨਹੀਂ ਆਇਆ। ਜਿਸ ਵਾਹਿਗੁਰੂ ਨੇ ਹੁਣ ਦਿੱਤਾ ਉਹ ਸਵੇਰੇ ਨਹੀਂ ਦੇਵੇਗਾ। ਸੰਤਾਂ ਨੂੰ ਗਿਆਨ ਹੋ ਗਿਆ, ਓਹੋ ਵੀ ਅਸੀਂ ਤੇ ਸਮਝਦੇ ਸਾਂ ਪਈ ਇਹ ਲੜਕੀ ਐਵੇਂ ਹੀ ਹੈ। ਵਾਕਿਆ ਹੀ ਠੀਕ ਹੈ। ਇਹ ਲੜਕੀ ਅੱਖਾਂ ਨਾਲ ਬੁਰਾ ਨਹੀਂ ਵੇਖਦੀ, ਕੰਨਾਂ ਨਾਲ ਬੁਰਾ ਨਹੀਂ ਸੁਣਦੀ, ਜ਼ਬਾਨ ਨਾਲ ਬੁਰਾ ਨਹੀਂ ਕਹਿੰਦੀ, ਹੱਥਾਂ ਨਾਲ ਬੁਰਾ ਕੁਝ ਕਰਦੀ ਨਹੀਂ, ਪੈਰਾਂ ਨਾਲ ਬੁਰੇ ਪਾਸੇ ਚੱਲ ਕੇ ਨਹੀਂ ਜਾਂਦੀ, ਦਿਮਾਗ ਨਾਲ ਬੁਰਾ ਸੋਚਦੀ ਨਹੀਂ। ਸੰਤ ਬੜੇ ਖੁਸ਼ ਹੋਏ। ਕਹਿਣ ਤੋਂ ਮੁਰਾਦ ਹੈ ਵੀ ਇਸ ਸਰੀਰ ਨੂੰ ਜੇ ਤਰਤੀਬਵਾਰ ਬਣਾਇਆ, ਇਸ ਅੱਖਾਂ ਦੇ ਵਾਸਤੇ ਵੀ ਕੋਈ ਪੱਥ ਪਰਹੇਜ ਹੈ, ਕੀ ਵੇਖਣਾ ਕੀ ਨਹੀਂ ਵੇਖਣਾ, ਕੰਨਾਂ ਵਾਸਤੇ ਵੀ ਸੁਣਨਾ ਕੀ ਨਹੀਂ ਸੁਣਨਾ, ਜ਼ਬਾਨ ਵਾਸਤੇ ਕੀ ਬੋਲਣਾ ਕੀ ਨਹੀਂ ਬੋਲਣਾ, ਹੱਥਾਂ ਵਾਸਤੇ ਵੀ ਹੈ ਕੀ ਕੰਮ ਕਰਨੇ ਨੇ ਕੀ ਨਹੀਂ ਕਰਨੇ, ਪੈਰਾਂ ਵਾਸਤੇ ਵੀ ਪੱਥ ਪਰਹੇਜ ਹੈ ਵੀ ਕਿੱਧਰ ਨੂੰ ਚੱਲ ਕੇ ਜਾਣਾ। ਹੁਣ ਇਹ ਥੋੜ੍ਹਾ ਵੀ ਪੈਰ ਤੈਨੂੰ ਸ਼ਰਾਬਖਾਨੇ ਜੂਏਖਾਨੇ ਵੱਲ ਲੈ ਕੇ ਜਾਣ ਤੇ ਚੰਗੇ ਨੇ, ਪੈਰ ਤੇ ਸਤ ਸੰਗਤ ਵੱਲ ਲੈ ਕੇ ਆਉਣ ਤੇ ਠੀਕ ਹੈ। ਹੱਥਾਂ ਨਾਲ ਚੋਰੀ ਕਰੇ ਇਹ ਕੋਈ ਠੀਕ ਮੰਨੇਗਾ? ਹੱਥਾਂ ਨਾਲ ਮਨੁੱਖਤਾ ਦੀ ਸੇਵਾ ਕਰੇ ਇਹਨਾਂ ਦਾ ਕੰਮ ਹੈ। ਜ਼ਬਾਨ ਨਾਲ ਰੱਬ ਦਾ ਨਾਮ ਲਵੇ, ਜ਼ਬਾਨ ਦੇ ਨਾਲ ਗੰਦ ਮੰਦ ਨਿੰਦਿਆ ਚੁਗਲੀ ਨਹੀਂ ਬਕਣੀ, ਜ਼ਬਾਨ ਦੇ ਨਾਲ ਪਰਮੇਸ਼ਵਰ ਦਾ ਸਿਮਰਨ ਕਰਨਾ ਇਹਨਾਂ ਜ਼ਬਾਨ ਦਾ ਕੰਮ ਹੈ। ਇਹਨਾਂ ਨੇਤਰਾਂ ਦੇ ਨਾਲ ਸਾਰੇ ਪਾਸੇ ਪਰਮੇਸ਼ਵਰ ਦੇ ਹੀ ਦਰਸ਼ਨ ਕਰਨੇ, ਇਹਨਾਂ ਕੰਨਾਂ ਦੇ ਨਾਲ ਪਰਮੇਸ਼ਵਰ ਦਾ ਨਾਮ ਸੁਣਨਾ। ਜਿਹੜੇ ਕੰਨ, ਜਿਹੜੇ ਅੱਖਾਂ, ਜਿਹੜੀ ਜ਼ਬਾਨ ਨਹੀਂ ਸੁਣਦੀ ਪਰਮੇਸ਼ਵਰ ਦਾ ਸ਼ਬਦ ਬਾਣੀ ਨਾਮ, ਉਹ ਧ੍ਰਿਗ ਹੈ। ਜਿਹੜੇ ਕੰਨ ਨਹੀਂ ਸੁਣਦੇ ਪਰਮੇਸ਼ਵਰ ਦੀ ਬੰਦਗੀ, ਪਰਮੇਸ਼ਵਰ ਦਾ ਨਾਮ ਸਿਮਰਨ, ਉਹ ਕੰਨ ਵੀ ਧ੍ਰਿਗ ਹਨ, ਉਹ ਅੱਖਾਂ ਵੀ ਧ੍ਰਿਗ ਨੇ। ਜਿਹੜੀਆਂ ਅੱਖਾਂ ਨਹੀਂ ਕਰਦੀਆਂ ਸਾਧ ਸੰਗਤ ਦਾ ਦਰਸ਼ਨ, ਸਤਿਗੁਰੂ ਦਾ ਦਰਸ਼ਨ ਨਹੀਂ ਕਰਦੀਆਂ, ਉਹ ਅੱਖਾਂ ਧ੍ਰਿਗ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਨਾ ਲੱਗੈ ਚਰਣੀ, ਉਹ ਸਿਰ ਵੀ ਧ੍ਰਿਗ ਹੈ। ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੈ ਨਾ ਚਰਣੀ।
ਗੁਰੂ ਦੇ ਅੱਗੇ ਨਾ ਨਿਵੇ, ਗੁਰੂ ਦੇ ਚਰਨਾਂ ਦੇ ਵਿੱਚ ਨਾ ਝੁਕੇ, ਉਹ ਸਿਰ ਵੀ ਧ੍ਰਿਗ ਹੈ। ਧ੍ਰਿਗ ਲੋਇਣ ਗੁਰ ਦਰਸ ਵਿਣ, ਵੇਖੈ ਪ੍ਰਭ ਤਰਨ, ਵੇਖੈ ਪਰ ਤਰਣੀ। ਉਹ ਲੋਇਣ ਅੱਖਾਂ ਵੀ ਧ੍ਰਿਗ ਹਨ, ਜਿਹੜੀਆਂ ਅੱਖਾਂ ਪਰਾਈ ਤਰਣੀ, ਤਰਣੀ ਕਹਿੰਦੇ ਨੇ ਇਸਤਰੀ ਨੂੰ, ਪਰਾਈ ਇਸਤਰੀ ਨੂੰ ਬੁਰੇ ਵਿਚਾਰਾਂ ਨਾਲ ਵੇਖੇ, ਉਹ ਅੱਖਾਂ ਵੀ ਧ੍ਰਿਗ ਨੇ, ਉਹ ਸਿਰ ਵੀ ਧ੍ਰਿਗ ਹੈ। ਜੋ ਗੁਰੂ ਦੇ ਚਰਨਾਂ ਵਿੱਚ ਨਹੀਂ ਟਿਕਦਾ, ਨਹੀਂ ਗੁਰੂ ਦੇ ਚਰਨਾਂ ਵਿੱਚ ਝੁਕਦਾ, ਧ੍ਰਿਗ ਸਰਵਣ ਉਪਦੇਸ ਵਿਣ, ਸੁਣ ਸੁਰਤ ਨਾ ਧਰਣੀ। ਉਹ ਕੰਨ ਵੀ ਧ੍ਰਿਗ ਹਨ, ਜੋ ਗੁਰੂ ਦਾ ਉਪਦੇਸ਼ ਨਹੀਂ ਸੁਣਦੇ। ਜਿਹੜੇ ਕੰਨ ਗੁਰੂ ਦਾ ਉਪਦੇਸ਼ ਸੁਣ ਕੇ ਇਸ ਕੰਨਾਂ ਦੇ ਅੰਦਰ ਰੱਖਦੇ ਨਹੀਂ, ਜਬ ਹਿਰਦੇ ਦੇ ਅੰਦਰ ਟਿਕਾਉਂਦੇ ਨਹੀਂ, ਹਿਰਦੇ ਤੱਕ ਪਹੁੰਚਾਉਂਦੇ ਨਹੀਂ, ਉਹ ਕੰਨ ਵੀ ਧ੍ਰਿਗ ਹਨ। ਤੇ ਭਾਈ ਸਾਹਿਬ ਜੀ ਕਹਿੰਦੇ ਨੇ, ਧ੍ਰਿਗ ਜਿਹਵਾ ਗੁਰ ਸ਼ਬਦ ਵਿਣ, ਹੋਰ ਮੰਤਰ ਸਿਮਰਣੀ। ਉਹ ਜਿਹਵਾ, ਉਹ ਜ਼ਬਾਨ ਵੀ ਧ੍ਰਿਗ ਹੈ, ਜਿਹੜੀ ਜ਼ਬਾਨ ਗੁਰੂ ਦਾ ਸ਼ਬਦ ਨਹੀਂ ਉਚਾਰਨ ਕਰਦੀ। ਸਤਨਾਮ ਸ੍ਰੀ ਵਾਹਿਗੁਰੂ, ਉਹ ਜ਼ਬਾਨ ਵੀ ਧ੍ਰਿਗ ਹੈ। ਜ਼ਬਾਨ ਦਾ ਕੰਮ ਹੈ ਪਰਮੇਸ਼ਵਰ ਦੀ ਸਿਮਰਨ, ਬੰਦਗੀ, ਸ਼ੁਭ ਵਚਨ ਬੋਲਣੇ। ਵਿਣ ਸੇਵਾ ਧ੍ਰਿਗ ਹੱਥ ਪੈਰ, ਹੋਰ ਨਿਹਫਲ ਕਰਨੀ। ਉਹ ਧ੍ਰਿਗ ਹਨ ਹੱਥ ਪੈਰ, ਜਿਹੜੇ ਸੇਵਾ ਵਾਲੇ ਪਾਸੇ ਨਹੀਂ ਲੱਗਦੇ। ਉਹ ਜਿਹੜੇ ਹੱਥ ਪੈਰ ਨੇ ਨਾ, ਜਿਹਨਾਂ ਹੱਥਾਂ ਪੈਰਾਂ ਦੇ ਨਾਲ ਸੇਵਾ ਨਹੀਂ ਕੀਤੀ, ਤੇ ਇਹ ਵੀ ਧ੍ਰਿਗ ਹਨ। ਪੀਰ ਮੁਰੀਦਾਂ ਪਿਰੜੀ, ਸੁਖ ਸਤਿਗੁਰ ਸਰਣੀ। ਸੁਖ ਤੇ ਪਰਮੇਸ਼ਵਰ ਦੀ ਸਰਣ ਵਿੱਚ ਹੈ। ਇਹਨਾਂ ਅੱਖਾਂ ਨੇ ਕੀ ਵੇਖਣਾ, ਕੀ ਨਹੀਂ ਵੇਖਣਾ। ਇਹਨਾਂ ਦਾ ਅੱਖਾਂ ਦਾ ਵੇਖਣਾ ਕੀ ਹੋਣਾ ਚਾਹੀਦਾ, ਕੰਨਾਂ ਦਾ ਸੁਣਨਾ ਕੀ ਹੋਣਾ ਚਾਹੀਦਾ, ਹੱਥਾਂ ਦਾ ਕਰਨਾ ਕੀ ਹੋਣਾ ਚਾਹੀਦਾ, ਪੈਰਾਂ ਦਾ ਚੱਲਣਾ ਕੀ ਹੋਣਾ ਚਾਹੀਦਾ। ਇਹਨਾਂ ਸ਼ਲੋਕਾਂ ਦੇ ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਨੇ ਅੰਕਿਤ ਕੀਤਾ ਇਸ ਸਵਾਲ ਦਾ ਜਵਾਬ। ਤੋ ਹਜ਼ੂਰ ਕਹਿੰਦੇ ਨੇ, ਅੱਖੀਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ। ਅੱਖਾਂ ਦਾ ਕੰਮ ਹੈ ਭਲਾ ਵੇਖਣਾ, ਸਾਰੇ ਪਾਸੇ ਰੱਬ ਨੂੰ ਵੇਖਣਾ। ਕੰਨਾਂ ਦਾ ਕੰਮ ਹੈ ਸ਼ੁਭ ਸੁਣਨਾ। ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ। ਪੈਰਾਂ ਦਾ ਕੰਮ ਹੈ ਚੱਲ ਕੇ ਸਤ ਸੰਗਤ ਵਿੱਚ ਜਾਣਾ, ਨਹੀਂ ਜੂਏ ਖਾਨੇ ਜਾਣਾ, ਨਹੀਂ ਸ਼ਰਾਬ ਖਾਨੇ 'ਚ ਜਾਣਾ। ਇਹਨਾਂ ਪੈਰਾਂ ਦੇ ਨਾਲ ਵਾਹਿਗੁਰੂ ਦੇ ਦਰ ਤੇ ਚੱਲ ਕੇ ਜਾਣਾ। ਬਿਨ ਹੱਥਾਂ ਕਰਨਾ, ਹੱਥਾਂ ਦਾ ਕੰਮ ਹੈ ਮਨੁੱਖਤਾ ਦੀ ਗੁਰੂ ਦੀ ਸੇਵਾ ਕਰਨੀ। ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਜ਼ਬਾਨ ਤੋਂ ਬਾਝੋਂ ਬੋਲਣਾ, ਇਵ ਜੀਵਤ ਮਰਨਾ। ਜ਼ਬਾਨ ਦਾ ਕੰਮ ਹੈ ਪਰਮੇਸ਼ਵਰ ਦੀ ਬੰਦਗੀ ਕਰਨੀ, ਨਹੀਂ ਬੁਰੇ ਲਫ਼ਜ਼ ਬੋਲਣੇ। ਇਹ ਅੱਖਾਂ, ਇਹ ਕੰਨ, ਇਹ ਜਵਾਬ, ਇਹ ਆਪਣੇ ਹੱਥ, ਇਹ ਪੈਰ, ਇਹ ਜ਼ਬਾਨ, ਇਹਨਾਂ ਦਾ ਅਸਲੀਅਤ ਵੇਖਣਾ ਕੀ ਹੈ, ਕੀ ਵੇਖਣਾ ਚਾਹੀਦਾ। ਜਿਨ੍ਹਾਂ ਨੇ ਇਹਨਾਂ ਨੂੰ ਸਹੀ ਕੰਮ ਲਿਆ, ਉਹ ਸੰਸਾਰ ਤੇ ਜੀਵਨ ਮਰਨ ਦੀ ਜਾਂਚ ਸਿੱਖ ਗਏ। ਸਫਲ ਜੀਵਨ ਹੀ ਉਸ ਦਾ ਜਿਸ ਨੇ ਸੰਸਾਰ ਦੇ ਉੱਤੇ ਜੀਵਨ ਮਰਨਾ ਸਿੱਖ ਲਿਆ। ਜੀਵਨ ਹੀ ਮੁਕਤੀ, ਜਿਉਂਦਿਆਂ ਹੀ ਮੁਕਤੀ ਹੈ। ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਆ। ਉਹ ਜੀਵਨ ਮੁਕਤ ਹੈ ਜੋ ਬੁਰੇ ਕਰਮਾਂ ਵੱਲੋਂ
ਆਪਣੇ ਆਪ ਨੂੰ ਵਰਜ ਕੇ ਰੋਕ ਕੇ ਰੱਖਦਾ ਤੇ ਚੰਗੇ ਕੰਮ ਕਰਦਾ, ਉਹ ਫਿਰ ਜੀਵਨ ਮੁਕਤ ਹੀ ਹੈ। ਉਹੀ ਮਰ ਜੀਵੈ ਮਰੀਆ ਹੈ। ਬੁਰੇ ਕੰਮਾਂ ਵੱਲੋਂ ਮਰ ਜਾਣਾ ਤੇ ਚੰਗੇ ਕੰਮਾਂ ਵੱਲ ਜਿਉ ਪੈਣਾ। ਇੱਕ ਅਮਲੀ ਜੀਵਨ ਹੈ, ਇੱਕ ਅਮਲੀ ਜੀਵਨ ਹੈ, ਆਤਮਿਕ ਜੀਵਨ ਹੈ। ਉਹ ਜੀਵਨ ਕਰਮਾਂ ਕਰਕੇ ਹੈ, ਜੀਵਨ ਕਰਕੇ ਹੈ। ਤੇ ਇੱਕ ਜੀਵਨ ਹੈ ਵੀ ਸਰੀਰ ਲੋਥ ਤੁਰੀ ਫਿਰਦੀ ਹੈ, ਉਹ ਤੇ ਸਰੀਰ ਚੁੱਕੀ ਫਿਰਦਾ ਨਾ, ਉਹ ਜੀਵਨ ਹੈ। ਵੀ ਕਈ ਵਾਰੀ ਕਹਿ ਨਹੀਂ ਦਿੰਦੇ ਇਹਦੇ ਕੋਈ ਚੰਗਾ ਕੰਮ ਨਹੀਂ, ਕੋਈ ਚੰਗੀ ਸੋਚ ਨਹੀਂ, ਇਹ ਤੇ ਜਿਹਾ ਸੰਸਾਰ ਤੇ ਧਰਤੀ ਤੇ ਬੋਝ ਹੀ ਹੈ। ਸੋ ਜਿਹੜਾ ਅੱਛੇ ਕਰਮਾਂ ਵੱਲ ਆਪਣੇ ਜੀਵਨ ਨੂੰ ਲਾ ਲਿਆ, ਉਹ ਜੀਵਤ ਮਰਨਾ ਹੈ। ਬੁਰੇ ਕਰਮਾਂ ਵੱਲੋਂ ਮਰ ਗਿਆ, ਭਾਵ ਬੁਰੇ ਕਰਮ ਤਿਆਗ ਦਿੱਤੇ ਤੇ ਚੰਗੇ ਕਰਮ ਕਰ ਲੈ। ਇਹ ਸੰਸਾਰ ਤੇ ਜੀਵਦਿਆਂ ਮਰਨਾ ਹੈ, ਮਰ ਕੇ ਜਿਉਣਾ ਹੈ। ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਇਸ ਮੱਤ ਦਾ ਕੰਮ ਹੈ ਪਰਮੇਸ਼ਵਰ ਦੇ ਹੁਕਮ ਦੇ ਅੰਦਰ, ਰਜਾ ਦੇ ਅੰਦਰ ਰਹਿਣਾ। ਜੇ ਰਜਾ ਦੇ ਅੰਦਰ ਨਹੀਂ ਰਹਿੰਦਾ, ਹੁਕਮ ਦੇ ਅੰਦਰ ਨਹੀਂ ਰਹਿੰਦਾ, ਤੇ ਐਸਾ ਇਨਸਾਨ ਕਦੇ ਪਰਮੇਸ਼ਵਰ ਨੂੰ ਮਿਲ ਨਹੀਂ ਸਕਦਾ, ਆਤਮਿਕ ਜੀਵਨ ਜੀ ਨਹੀਂ ਸਕਦਾ। ਜਿਹੜਾ ਰਜਾ ਦੇ ਅੰਦਰ ਨਹੀਂ ਨਾ ਰਹਿੰਦਾ, ਹੁਕਮ ਦੇ ਅੰਦਰ ਨਹੀਂ ਰਹਿੰਦਾ, ਜਿਹੜਾ ਹੁਕਮ ਤੋਂ ਮੁਨਕਰ ਹੋ ਗਿਆ, ਰਜਾ ਤੋਂ ਮੁਨਕਰ ਹੋ ਗਿਆ। ਜਿਹੜੇ ਰੱਬ ਦੇ ਬੰਦੇ ਨੇ ਉਹ ਤੇ ਰਜਾ ਵਿੱਚ ਰਹਿੰਦੇ ਨੇ, ਹੁਕਮ ਵਿੱਚ ਰਹਿੰਦੇ ਨੇ। ਭਾਵੇਂ ਕਿੰਨੇ ਦੁੱਖ ਮਿਲ ਜਾਣ, ਭਾਵੇਂ ਸੀਸ ਤੇ ਆਰਾ ਚੱਲ ਜਾਏ, ਉਹ ਤੇ ਉਸ ਦੀ ਰਜਾ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਨੇ। ਭਾਵੇਂ ਬੰਦ ਕੱਟਿਆ ਜਾਏ, ਭਾਵੇਂ ਚਰਖੜੀ ਤੇ ਚਾੜ ਦਿੱਤਾ ਜਾਏ, ਭਾਵੇਂ ਰੂਹ ਵਿੱਚ ਲਪੇਟ ਕੇ ਸਾੜ ਦਿੱਤਾ ਜਾਏ, ਭਾਵੇਂ ਉਬਲਦੀ ਦੇਗ ਵਿੱਚ ਬਿਠਾ ਦਿੱਤਾ ਜਾਏ, ਉਹ ਪਰਮੇਸ਼ਵਰ ਦਾ ਹੁਕਮ ਸਮਝ ਕੇ ਭਾਣੇ ਵਿੱਚ ਰਹਿੰਦੇ ਨੇ, ਭਾਣੇ ਨੂੰ ਮੰਨਦੇ ਨੇ, ਰਜਾ ਨੂੰ ਮੰਨਦੇ ਨੇ। ਤੇ ਜਿਹੜੇ ਰਜਾ ਨੂੰ ਨਹੀਂ ਮੰਨਦੇ, ਉਹ ਪਰਮੇਸ਼ਵਰ ਨੂੰ ਮਿਲ ਨਹੀਂ ਸਕਦੇ। ਹਜ਼ੂਰ ਕਹਿੰਦੇ ਨਾਨਕ ਹੁਕਮ ਪਛਾਣ ਕੈ ਤਉ ਖਸਮੇ ਮਿਲਣਾ। ਤਾਂ ਤੂੰ ਪਰਮੇਸ਼ਵਰ ਨੂੰ ਮਿਲ ਸਕਦਾ ਜੇ ਤੂੰ ਰਜਾ ਦੇ ਵਿੱਚ ਰਵੇਂ, ਹੁਕਮ ਦੇ ਅੰਦਰ ਰਹੇ। ਹੁਣ ਇਸ ਸਾਰੇ ਸ਼ਬਦ ਦਾ ਭਾਵ ਅਰਥ ਸਤਿਗੁਰੂ ਜੀ ਦੂਸਰੇ ਸ਼ਲੋਕ ਵਿੱਚ ਕੱਢਦੇ ਨੇ। ਹਜ਼ੂਰ ਫਰਮਾਉਂਦੇ ਨੇ, ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਏ, ਰੋਹਲਾ ਕੁੰਡਾ ਅੰਦੋਲਾ ਚੁੰਗਲ ਲੱਗੈ ਧਾਏ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ। ਸਾਉ ਕਹਿੰਦੇ ਸਵਾਦ ਨੂੰ, ਆਨੰਦ ਨੂੰ। ਆਪਾਂ ਕਹਿੰਦੇ ਸਵਾਦ ਆਇਆ, ਆਨੰਦ ਆਇਆ। ਦਿਸੈ ਪਰਮੇਸ਼ਵਰ ਕੁਦਰਤ ਦੇ ਵਿੱਚ ਦਿਸ ਰਿਹਾ, ਕੁਦਰਤ ਦੇ ਵਿੱਚ ਉਹ ਵਰਤ ਰਿਹਾ। ਇਹ ਸਾਨੂੰ ਕੁਦਰਤ ਵੇਖ ਕੇ ਪਤਾ ਲੱਗ ਰਿਹਾ। ਆਪਾਂ ਕੁਦਰਤ ਵੇਖ ਕੇ ਕਈ ਵਾਰੀ ਕਹਿ ਦਿੰਦੇ ਐਸੇ ਕੁਦਰਤ ਦੇ ਨਜ਼ਾਰੇ ਪਾ, ਹਾ ਭਈ ਰੱਬ ਦਿਸ ਗਿਆ। ਕੁਦਰਤ ਨੂੰ ਵੇਖ ਕੇ ਕਹਿ ਦਿੰਦੇ, ਕੁਦਰਤ ਕਰਕੇ ਵਸਿਆ ਸੋਏ। ਉਹ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ। ਕੁਦਰਤ ਪਰਮੇਸ਼ਵਰ ਦੀ ਹੈ, ਜੋ ਉਸ ਨੂੰ ਵੇਖ ਕੇ ਸਾਨੂੰ ਪਤਾ ਲੱਗਦਾ ਪਰਮੇਸ਼ਵਰ ਸਰਬ ਵਿਆਪਕ ਹੈ। ਫਿਰ ਆਪਾਂ ਸੁਣਦੇ ਹਾਂ, ਕਈ ਕ੍ਰਿਸ਼ਮੇ ਸੁਣਦੇ ਹਾਂ, ਕਈ ਅਲੌਕਿਕ ਬਚਨ ਸੁਣਦੇ ਹਾਂ, ਤੇ ਆਪਾਂ ਨੂੰ ਯਕੀਨ ਹੁੰਦਾ ਵੀ ਵਾਹਿਗੁਰੂ ਰੱਬ ਹੈ। ਸੁਣਦੇ ਵੀ ਹੈ ਵੀ ਰੱਬ ਹੈ, ਕੁਦਰਤ ਵੇਖ ਕੇ ਯਕੀਨ ਵੀ ਆਉਂਦਾ ਵੀ ਰੱਬ ਹੈ, ਪਰ ਸਾਉ ਨਾ ਪਾਇਆ। ਉਸ ਦੇ ਹੋਣ ਦਾ, ਉਸ ਦੇ ਸੁਣਨ ਦਾ, ਮਿਲਣ ਦਾ ਇਸ ਨੂੰ ਸਵਾਦ ਨਹੀਂ ਆਉਂਦਾ, ਇਸ ਨੂੰ ਆਨੰਦ ਨਹੀਂ ਆਉਂਦਾ। ਕੀ ਗੱਲ ਹੈ? ਹਜ਼ੂਰ ਦੱਸਦੇ ਨੇ, ਕਹਿੰਦੇ ਨੇ,
रोहला टुंडला टुंडा अंधुला क्यों गल लगे धाए। मन लो कोई रोहला, रोहला कहते ने पिंगले नूं जिहदियां लत्तां पैर ही ना होण, टुंडा जिस दे हथ ना होण, अंधला जो अन्ना होवे। जे आपां जिहदे हथ पैर लत्तां ना होण, पैर ना होण, हथ ना होण, अखां तो अन्ना होवे ते आपां कहीए भी वो किसी नूं भज के जाके जां रब ने परमेश्वर नूं भज के जाके गल ला के मिल लवे, मिल सकदा है? ये कदे हो ही नहीं सकदा। पैर नहीं, लत्तां नहीं, भज नस नहीं सकदा, बाहां हथ नहीं, टुंडा हथ नहीं, अखां नहीं, दौड़ के मिल नहीं सकदा, गलवकड़ी नहीं पा सकदा, वेख नहीं सकदा। हुण सतगुरु जी कहंदे इहदे किहड़े पैर है नहीं, किहड़े हथ है नहीं, किहड़ियां अखां है नहीं, जिहड़ा इस नूं परमेश्वर दे गले लग के मिल नहीं सकदा, परमेश्वर नूं वल नूं भज के जा नहीं सकदा, हत्थां दे नाल गलवकड़ी नहीं पा सकदा, इन्हां नेत्रां दे नाल वेख नहीं सकदा। सतगुरु जी कहंदे जे तू उस नूं गलवकड़ी पाउणी है, तेरे पैर भी होने चाहिए ने तुर के जाण नूं, हथ भी होने चाहिए ने गलवकड़ी पाउण नूं, नेत्र भी होने चाहिए ने। फिर सतगुरु जी कहंदे ने किहड़े नेत्र होने चाहिए ने, चरण किहड़े होने चाहिए ने, हथ किहड़े होने चाहिए ने। हजूर हुण समाप्ति की पंक्ति च फरमाउंदे ने भै के चरण, भै दे चरण कर, परमेश्वर दे डर अंदर रहना, केवल परमेश्वर तो ही डरना, होर किसी दा डर नहीं मनना। गुरु साहब जी कहंदे भै काहू को देत नह भै मान ध्यान, होर भै नहीं किसी दा मनना परमेश्वर तो बगैर, परमेश्वर दे भै अंदर रहना, डर अंदर रहना। भै के चरण, जिहड़ियां लत्तां ने पैर ने ये डर दे बना लै, परमेश्वर दे डर दे अंदर। भाव के भै के चरण कर, भाव के कर कहंदे ने हत्थां नूं, हथ भाव दे प्यार दे बना लै। भै दे डर दे चरण बना लै, पैर बना लै, लत्तां बना लै, ते परमेश्वर दे प्यार दे हथ बना लै। भै के चरण कर भाव के, कर कहंदे हत्थां नूं, हथ भाव दे प्यार दे बना। गोबिंद भाओ भगत दा भुखा, वो परमेश्वर डर दा ते प्यार दा भुखा है। भाओ भगत दा भुखा, वो परमेश्वर होर किसी चीज़ दा नहीं भुखा। जे उन्होंने मिलना ते भै दे चरण बना ते भाव दे हथ बना। लोयण सुरत करे, लोयण अखां, अखां जे तू उन्होंने वेखना फिर तू इन्हां नूं सुरती दियां अखां नाल वेख सकदा है। शब्द गुरु सुरत धुन चेला, जिहड़ी सुरत है यही गुरु नूं वेख सकदी है, इन्हां दे नाल ही गुरु नूं वेखना। भै के चरण कर भाव के लोयण, भाव के कर भाव के लोयण सुरत करे, जिहड़ी सुरत है इन्हां नूं अखां बना लै। ते हजूर कहंदे नानक कहै सियाणी है इव कंत मिलावा हुए। हजूर कहंदे ऐ सियाणी जीव इस्तरीए, इस तरह तेरा परमेश्वर दे नाल मेल हो सकदा है। तू भै दे चरण कर, डर दे चरण कर, प्यार दे हथ बना, सुरत दियां अखां बना, फिर तू परमेश्वर नूं मिल सकदी है। फिर कंत मिलावा होए। ये अखां दा काम
ਪਰਮੇਸ਼ਵਰ ਨੂੰ ਵੇਖਣਾ, ਸਤ ਸੰਗਤ ਨੂੰ ਵੇਖਣਾ। ਕੰਨਾਂ ਦਾ ਕੰਮ ਸ਼ੁਭ ਬਚਨ ਸੁਣਨੇ ਨੇ, ਸਤ ਸੰਗਤ ਸੁਣਨਾ। ਜ਼ਬਾਨ ਦਾ ਕੰਮ ਹੈ ਸ਼ੁਭ ਬਚਨ ਸਿਮਰਨ ਕਰਨਾ। ਹੱਥਾਂ ਦਾ ਕੰਮ ਸੇਵਾ ਕਰਨਾ। ਪੈਰਾਂ ਦਾ ਕੰਮ ਹੈ ਸਤ ਸੰਗਤ ਵਿੱਚ ਚੱਲ ਕੇ ਜਾਣਾ ਹੈ। ਜੇ ਇਹ ਕੁਝ ਨਹੀਂ ਸਰੀਰ ਦੇ ਅੰਗ ਕਰਦੇ ਤੇ ਫਿਰ ਸਮਝੋ ਵੀ ਇਹ ਸਰੀਰ ਦੇ ਅੰਗਾਂ ਦੀ ਮੌਤ ਹੋ ਗਈ ਹੈ। ਇਹ ਸਹੀ ਵੇਖ ਨਹੀਂ ਰਹੇ, ਸਹੀ ਸੁਣ ਨਹੀਂ ਰਹੇ, ਸਹੀ ਜ਼ਬਾਨ ਬੋਲ ਨਹੀਂ ਰਹੀ, ਸਹੀ ਹੱਥ ਕੰਮ ਨਹੀਂ ਕਰ ਰਹੇ, ਸਹੀ ਪੈਰ ਚੱਲ ਨਹੀਂ ਰਹੇ। ਇਹ ਖਤਮ ਹਨ, ਇਹਨਾਂ ਦਾ ਜੀਵਨ ਖਤਮ ਹੈ। ਸੋ ਗੁਰਮੁਖ ਪਿਆਰਿਓ, ਅੱਗੇ ਇਸ ਤੋਂ ਰਹਿ ਗਈ ਪੌੜੀ। ਪੌੜੀ ਦਾ ਆਪਾਂ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਇਤਨੇ ਕੁ ਸ਼ਬਦ ਲਫ਼ਜ਼ ਕਬੂਲ ਕਰਨੇ, ਤੁਛ ਬੁੱਧੀ ਅਨੁਸਾਰ ਵਿਚਾਰਾਂ ਕਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ। ਜੀਵ ਭੁੱਲਣਹਾਰ ਹੈ। ਜੇ ਕੋਈ ਕਵੇ ਕੋਈ ਸੰਸਾਰ ਦੇ ਅੰਦਰ ਪਰਫੈਕਟ ਹੋ ਜਾਏ, ਕੋਈ ਨਹੀਂ ਹੋ ਸਕਦਾ। ਕੇਵਲ ਇੱਕ ਪਰਮੇਸ਼ਵਰ ਹੀ ਹੈ, ਸਾਬਤ ਇੱਕ ਪਰਮੇਸ਼ਵਰ ਹੀ ਹੈ। ਇਹ ਇਨਸਾਨ ਤੇ ਕਦਮ ਕਦਮ ਤੇ ਭੁੱਲਦਾ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਭੁੱਲਣ ਦੇ ਵਿੱਚ ਸਾਰੀ ਸ੍ਰਿਸ਼ਟੀ ਬਣਾਈ ਹੈ, ਭੁੱਲਦੀ ਹੈ। ਕਰਤਾ ਪੁਰਖ ਨਹੀਂ ਭੁੱਲਦਾ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇਸ ਕਰਕੇ ਉਹ ਕਰਤਾ ਪੁਰਖ ਅਭੁੱਲ